रिक्वेस्ट जिस टॉपिक ते ਅਸੀਂ ਅੱਜ ਦਾ ਲੈਕਚਰ ਲੈ ਰਹੇ ਹਾਂ that is this type of hard disk drives किस किस काइंड दियां हार्ड डिस्क ड्राइव्स ਅਸੀਂ यूज करते हैं ठीक है उस टॉपिक ਤੇ ਅਸੀਂ ਅੱਜ ਲੈਕਚਰ ਸਟਾਰਟ ਕਰਾਂਗੇ ਬਿਫੋਰ ਸਟਾਰਟਿੰਗ ਆਊਟ ਦਿਸ ਪਾਰਟਿਕੂਲਰ ਲੈਕਚਰ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰਦਾ ਅਸੀਂ ਪੜ ਚੁੱਕੇ ਹਾਂ ਹਾਰਡ ਡਿਸਕ ਡਰਾਈਵ ਕੀ ਹੈ ਹਾਰਡ ਡਿਸਕ ਡਰਾਈਵ ਇਜ਼ ਅ ਸਟੋਰੇਜ ਮੀਡੀਆ ਜਿਹਦੇ ਵਿੱਚ ਅਸੀਂ ਡਾਟਾ ਨੂੰ ਸਟੋਰ ਕਰਦੇ ਓਕੇ ਹੁਣ ਹਾਰਡ ਡਿਸਕ ਡਰਾਈਵਸ ਦੇ ਵਿੱਚ ਫਾਸਟ ਅਸੀਂ ਅਗਰ ਬੇਸਿਕ ਰਿਕੁਆਇਰਮੈਂਟਸ ਦੇਖੀਏ ਹੋਣਾ ਕੀ ਚਾਹੀਦਾ ਇੱਕ ਤਾਂ ਹਾਰਡ ਡਿਸਕ ਡਰਾਈਵ फास्ट होनी चाहिए ठीक है दूसरा उसकी स्टोरेज कैपेसिटी अच्छी होनी चाहिए वन इज दैट हार्ड डिस्क ड्राइव शुड बी फास्ट सेकंड इज एदी स्टोरेज कैपेसिटी अच्छी होनी चाहिए है एंड उन्हां चीज़ां दे कंटेक्स्ट दे विच ही ਜਿਹੜੀ ਹਾਰਡ ਡਿਸਕ ਡਰਾਈਵ ਬੈਟਰ ਹੋਏਗੀ ਉਹੀ ਹਾਰਡ ਡਿਸਕ ਡਰਾਈਵ ਆਮ ਤੌਰ ਤੇ ਮਾਰਕੀਟ ਦੇ ਵਿੱਚ ਯੂਜ਼ ਦੇ ਵਿੱਚ ਆਉਂਦੀ ਹੈ ਕੱਲ ਅਸੀਂ ਜਿਹੜੀ ਗੱਲ ਕੀਤੀ ਸੀ डिफरेंट हार्ड डिस्क के कंटेक्स्ट ਦੇ ਵਿੱਚ ਉਹਦੀ ਕੰਸਟਰਕਸ਼ਨ ਕੀ ਹੈ ਉਹਦੀ ਵਰਕਿੰਗ ਕੀ ਹੈ ਔਰ ਇਸ ਹਾਰਡ ਡਰਾਈਵ ਦੇ ਵਿੱਚ ਇੱਕ ਟਰੈਕ ਐਂਡ ਸੈਕਟਰਸ ਅਵੇਲੇਬਲ ਹੁੰਦੇ ਮੈਂ ਕੱਲ ਵੀ ਇਹੀ ਗੱਲ ਕਰ ਰਿਹਾ ਸੀ ਟਰੈਕਸ ਐਂਡ ਸੈਕਟਰਸ data is stored on the surface of platters in the form of tracks and sectors और अगर आए देखो अगर तुम ये चीज देखोगे concentric circles yesterday we यही term use की थी concentric circle means circle with a common center tracks are concentric circles and sectors are pie shaped wedges on the track अगर है ਤੁਸੀਂ ਸਾਹਮਣੇ ਡਾਇਗਰਾਮ ਜੋ ਤੁਹਾਡੀ ਸਕਰੀਨ ਤੇ ਆ ਰਹੀ ਹੈ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖੋ ਸੈਂਟਰ ਦੇ ਵਿੱਚ ਇੱਕ ਬੜਾ ਵੱਡਾ ਸਰਕਲ ਹੈ ਉਸ ਤੋਂ ਬਾਅਦ this is your track this is your track this is your track ਜਿਸ ਕਾਈਂਡ ਦੇ ਰੇਸਿੰਗ ਟਰੈਕਸ ਹੁੰਦੇ ਹੈ ਇਹ ਉਹਦਾ ਦੇ ਹੀ ਟਰੈਕਸ ਹੈ ਜਿਸ ਕਾਈਂਡ ਦੇ ਰੇਸਿੰਗ ਟਰੈਕਸ ਹੁੰਦੇ ਹੈ ਰੇਸ ਲਗਾਉਣ ਲਈ ਟਰੈਕ ਬਣਾਏ ਜਾਂਦੇ ਹੈ ਉਹ ਸਿਮਿਲਰ ਟਾਈਪ ਦੇ ਟਰੈਕਸ ਹੈ ਹੁਣ ਇਹਦੇ ਵਿੱਚ ਫਿਰ ਉਹ ਵੀ ਗੱਲ ਮੈਂ ਤੁਹਾਨੂੰ ਪਿੱਛੇ ਵੀ ਕੀਤੀ ਸੀ ਉਹ ਫਿਰ ਦੁਬਾਰਾ ਕਰ ਰਹੇ ਹਾਂ ਮੰਨ ਲਓ ਲੁੱਕ ਐਟ ਦਿਸ ਵਨ ਇੱਕ ਪਰਸਨ ਇੱਥੋਂ ਦੌੜ ਸਟਾਰਟ ਕਰ ਰਿਹਾ ਮੈਂ ਰੇਸਿੰਗ ਟਰੈਕ ਦੀ ਗੱਲ ਕਰ ਰਿਹਾ ਇੱਕ ਪਰਸਨ ਇੱਥੋਂ ਰੇਸ ਸਟਾਰਟ ਕਰ ਰਿਹਾ ਮੈਂ ਉਹਨੂੰ ਮਾਰਕ ਕਰ ਦੇਣਾ ਤੁਹਾਨੂੰ ਆਈ ਜਸਟ ਮਾਰਕ ਇਟ ਆਊਟ ਇੱਕ ਪਰਸਨ ਇੱਥੋਂ ਰੇਸ ਸਟਾਰਟ ਕਰ ਰਿਹਾ ਦੂਜਾ ਇੱਥੋਂ ਰੇਸ ਸਟਾਰਟ ਕਰ ਰਿਹਾ ਤੀਸਰਾ ਇੱਥੋਂ ਕਰ ਰਿਹਾ ਚੌਥਾ ਇੱਥੋਂ ਕਰ ਰਿਹਾ ਪੰਜਵਾਂ ਇੱਥੋਂ ਕਰ ਰਿਹਾ ਛੇਵਾਂ ਇੱਥੋਂ ਕਰ ਰਿਹਾ ਸੱਤਵਾਂ ਇੱਥੋਂ ਕਰ ਰਿਹਾ ਅੱਠਵਾਂ ਇੱਥੋਂ ਨੌਵਾਂ ਦਸਵਾਂ ਜਿਹੜਾ 10th ਪਰਸਨ ਰੇਸ ਸਟਾਰਟ ਕਰ ਰਿਹਾ ਉਹਦੇ ਲਈ ਕਿੰਨਾ ਵੱਡਾ ਟਰੈਕ ਹੈ ਜਿਹੜਾ 10th ਪਰਸਨ ਰੇਸ ਸਟਾਰਟ ਕਰ ਰਿਹਾ ਹੈ ਉਹਦੇ ਲਈ ਕਿੰਨਾ ਵੱਡਾ ਟਰੈਕ ਹੈ ਔਰ ਜਿਹੜਾ ਫਰਸਟ ਪਰਸਨ ਰੇਸ ਸਟਾਰਟ ਕਰ ਰਿਹਾ ਉਹਦੇ ਲਈ ਬਹੁਤ ਛੋਟਾ ਜਿਹਾ ਟਰੈਕ ਹੈ ਠੀਕ ਹੈ that is why ਆਮ ਤੌਰ ਤੇ ਜਦੋਂ ਵੀ ਰੇਸਿੰਗ ਹੁੰਦੀ ਹੈ ਨਾ ਉਹ ਡਿਸਟੈਂਸ ਉਸ ਦੇ ਅਕੋਰਡਿੰਗਲੀ ਕੱਢ ਲੈਂਦੇ ਆ ਵੀ ਜਿਹੜਾ ਫਰਸਟ ਪਰਸਨ ਇੱਥੋਂ ਦੌੜੇਗਾ ਸੈਕੰਡ ਪਰਸਨ ਇੱਥੋਂ ਦੌੜੇਗਾ ਥਰਡ ਪਰਸਨ ਥੋੜੀ ਹੋਰ ਅੱਗੇ ਦੌੜੇਗਾ ਫੋਰਥ ਪਰਸਨ ਹੋਰ ਅੱਗੇ ਇੱਕ ਆਰਕ ਬਣਾ ਦਿੰਦੇ ਆ that is why ਉਹ ਆਰਕ ਨੂੰ ਫਾਰਮੂਲੇਟ ਕੀਤਾ ਜਾਂਦਾ ਲੇਕਿਨ ਮੈਂ ਰੇਸਿੰਗ ਦੀ ਗੱਲ ਨਹੀਂ ਅੱਜ ਕਰ ਰਿਹਾ ਮੈਂ ਇੱਥੇ ਸਟੋਰੇਜ ਦੀ ਗੱਲ ਕਰ ਰਿਹਾ ਸਟੋਰੇਜ ਦੇ ਕੰਟੈਕਸਟ ਦੇ ਵਿੱਚ ਜਿਹੜਾ ਟਰੈਕ ਬਿਲਕੁਲ ਸੈਂਟਰ ਦੇ ਕੋਲ ਹੈ ਉਹਦੇ ਕੋਲ ਤਾਂ ਛੋਟਾ ਜਿਹਾ ਏਰੀਆ ਹੈ ਜਿਹੜਾ ਟਰੈਕ ਸੈਂਟਰ ਤੋਂ ਸਭ ਤੋਂ ਦੂਰ ਹੈ ਉਹਦੇ ਕੋਲ ਕਾਫੀ ਵੱਡਾ ਏਰੀਆ ਹੈ ਲੇਕਿਨ ਹਰ ਟਰੈਕ ਦੀ ਸਟੋਰੇਜ ਕੈਪੈਸਿਟੀ ਸੇਮ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਰਿਪੀਟ ਕੀਤਾ ਸੀ ਮੈਂ ਫੇਰ ਰਿਪੀਟ ਕਰ ਰਿਹਾ ਹਰ ਟਰੈਕ ਦੀ ਸਟੋਰੇਜ ਕੈਪੈਸਿਟੀ ਸੇਮ ਹੁੰਦੀ ਹੈ ਔਰ ਸਟੋਰੇਜ ਕੈਪੈਸਿਟੀ ਕਿਉਂ ਸੇਮ ਹੁੰਦੀ ਹੈ ਜਿਹੜੇ ਟਰੈਕ ਔਰ ਸੈਕਟਰ ਸੈਂਟਰ ਦੇ ਕੋਲ ਹੈ ਉੱਥੇ ਜ਼ਿਆਦਾ ਡੈਂਸ ਸਟੋਰੇਜ ਹੋਏਗੀ ਜਿਹੜੇ ਟਰੈਕ ਔਰ ਸੈਕਟਰ ਸੈਂਟਰ ਤੋਂ ਅਵੇ ਹੈ ਉੱਥੇ ਸਟੋਰੇਜ ਜ਼ਿਆਦਾ ਡੈਂਸ ਨਹੀਂ ਹੋਏਗੀ ਸੋ ਦੈਟ ਸਟੋਰੇਜ ਕੈਪੈਸਿਟੀ ਆਫ ਈਚ ਐਂਡ ਐਵਰੀ ਟਰੈਕ ਇਟ ਰਿमेन्स सेम ठीक है जी और एक ट्रैक इज दिखाया उन्होंने एक ट्रैक दी या एक सैक्टर दी आ तुसी ब्लू करना देख रहे हो ना दिस इज ए सैक्टर ट्रैक पूरा सर्कल है
ट्रैक इज फर्दर डिवाइडेड इनटू सेक्टर और आम तौर पे एक सेक्टर ਦੀ स्टोरेज कैपेसिटी 512 ਬਾਈਟਸ ਹੁੰਦੀ ਹੈ। ਇਸ ਚੀਜ਼ ਨੂੰ ਮੈਂ ਹੋਰ ਬੈਟਰ ਵੇ ਨਾਲ ਐਕਸਪਲੇਨ ਕਰ ਰਿਹਾ ਤੁਹਾਨੂੰ ਅੱਜ ਡਾਇਗਰਾਮੈਟਿਕਲੀ। ਇਸ ਡਾਇਗਰਾਮ 'ਚ ਦੇਖੋ ਹਰ ਟਰੈਕ ਦੇ ਵਿੱਚ ਸੈਕਟਰ ਬਣਿਆ ਹੈ, ਹਰ ਟਰੈਕ ਦੇ ਵਿੱਚ ਆ ਪਿੰਕ ਕਲਰ ਦੇ ਵਿੱਚ ਹਰ ਟਰੈਕ ਦੇ ਵਿੱਚ ਸੈਕਟਰ ਬਣਿਆ ਹੋਇਆ ਹੈ। सिमिलरली इस जेडे पिंक कलर वाले लाइंस है हर ट्रैक सेक्टर्स बनी होंगे। काफी फिक्कियां लाइंस है शायद तुहानू दिख नहीं रही होंगी। हर ट्रैक दे विच सेक्टर बनया है और यह पिंक कलर ना एक सेक्टर डेमोस्ट्रेटेड। ओके लुक एट दिस वन होर डिटेल्स। आ देखो ट्रैक्स है 1 2 3 4 रेड कलर नाल ने ट्रैक मार्क किया है। हर ट्रैक दे विच उन्हें ने सेक्टर मार्क किए। दिस इज हाउ द ट्रैक और सेक्टर नू किदा बाइफिकेट किया जाता है और हर सेक्टर दी स्टोरेज कैपेसिटी कितनी है दैट इज 512 बाइट्स। जी चीज बार बार कह रहे हैं 512 बाइट हर सेक्टर दी स्टोरेज कैपेसिटी। और कंपोनेंट्स केड़े होंदे हार्ड डिस्क ड्राइव दे लॉजिकल कंपोनेंट्स आई एम टॉकिंग अबाउट नॉट अदर कंपोनेंट्स ਜਿਹੜੇ ਅਸੀਂ ਬੇਸਿਕ ਸਟਰਕਚਰ ਦਾ ਅਸੀਂ ਦੇਖ ਰਹੇ ਸੀ ਜਿਸ ਪਲੈਟਰ ਸੀਗਾ ਸਪਿੰਡਲ ਸੀਗਾ ਠੀਕ ਹੈ ਰੀਡ ਰਾਈਟ ਆਰਮ ਸੀ ਐਕੂਏਟਰ ਸੀਗਾ ਉਹ ਉਹਦੇ ਫਿਜ਼ੀਕਲ ਕੰਪੋਨੈਂਟਸ। ਬਟ ਲੌਜੀਕਲ ਕੰਪੋਨੈਂਟਸ ਲੌਜੀਕਲ ਪਾਰਟਸ ਆਫ ਅ ਹਾਰਡ ਡਿਸਕ ਕੀ ਹੈ ਕੰਪੋਨੈਂਟਸ ਉਹੀ ਹੈ ਦੈਟ ਆਰ ਦਾ ਕੰਪੋਨੈਂਟਸ ਜਿਹੜੀ ਮੈਂ ਕੰਸਟਰਕਸ਼ਨ ਦੇ ਵਿੱਚ ਗੱਲ ਕੀਤੀ ਸੀ ਦਿਸ ਆਰ ਨਾਟ ਕੰਪੋਨੈਂਟਸ। ਇਹ ਹਾਰਡ ਡਿਸਕ ਨੂੰ ਕਿਸ ਵੇ ਨਾਲ ਡਿਵਾਈਡ ਕੀਤਾ ਜਾਂਦਾ ਹੈ ਟਰੈਕ ਦੇ ਵਿੱਚ ਸੈਕਟਰ ਦੇ ਵਿੱਚ सिलेंडर ਦੇ ਵਿੱਚ ਕਲਸਟਰ ਦੇ ਵਿੱਚ ਐਂਡ ਫਾਈਲ ਦੇ ਵਿੱਚ। Each platter of a hard disk is logically divided into many concentric circles known as tracks और इन्ना सारे tracks ਦੇ data gets stored on these tracks इन्ना सारे tracks ਦੇ data ਨੂੰ store ਕੀਤਾ ਜਾਂਦਾ। Tracks are further each track third point ਤੇ sector देखो each track is logically divided into sections known as sectors. A sector is the smallest physical storage unit on the hard disk. मैं लाइन फिर रिपीट कर रहे हैं A sector is the smallest physical storage unit on the hard disk. Smallest physical storage unit on the hard disk is known as sector. Third चीज ਜਿਹੜੀ ਅਸੀਂ ਕਰਵਾਵਾਂਗੇ that is cylinder. A cylinder is the set of identical tracks on both surfaces of each drive platter. A cylinder is the set of identical tracks on both surfaces of each drive platter. Both top भी bottom भी। अगर टॉप ते ट्रैक नंबर 79 सेक्टर नंबर 12 है नीचे भी ट्रैक नंबर 79 और सेक्टर 12 है। It is the set of identical tracks on both surfaces of each drive platter. The location of drive heads is referred to by cylinder number, not by a track number. है की है इट इज अगर ਜਿਹੜਾ ਤੁਹਾਡਾ ਪਲੈਟਰ ਹੈ ਪਲੈਟਰ ਦੇ ਉੱਪਰ ਵੀ नीचे भी सेम स्टोरेज लोकेशन दैट इज बीइंग कॉल्ड एज ए सिलेंडर और जो रीड राइट हेड है उसਨੂੰ ਅਸੀਂ सिलेंडर ਦੇ ਨਾਲ रिकॉग्नाइज करते हैं ट्रैक नंबर ना रिकॉग्नाइज नहीं करते। क्लस्टर की है इट इज ए ग्रुप ऑफ मल्टीपल सेक्टर्स काफी सेक्टर्स मिलके एक क्लस्टर बनाते हैं और द फाइल सिस्टम allocates the number of clusters to store a file data। हुन ये बड़ा इंपॉर्टेंट पॉइंट है हार्ड डिस्क एक हार्डवेयर पार्ट है। हार्ड डिस्क इज ए हार्डवेयर पार्ट। हार्ड डिस्क ਦੇ ਵਿੱਚ प्लैटर्स है प्लैटर्स ਵਿੱਚ ट्रैक्स है ट्रैक्स ਦੇ ਵਿੱਚ सेक्टर्स और एक ग्रुप ऑफ सेक्टर्स ਜਿਹੜੇ ਹੈ ਨਾ ਉਸ ਨੂੰ ਅਸੀਂ ਕਹਿੰਦੇ ਨੇ ਕਲਸਟਰ। ਤੁਸੀਂ ਆਪਣਾ ट्रेनिंग की थी मान लो ट्रेनिंग की है ट्रेनिंग की रिपोर्ट बनाई
रिपोर्ट वर्ड्स बनाई होएगी, वो एक वर्ड फाइल होएगी। वो वर्ड फाइल कित्थे स्टोर है हार्ड डिस्क ਦੇ ਵਿੱਚ, किस ट्रैक च, किस सेक्टर च। 512 बाइट ਦੀ ਤਾਂ ਨਹੀਂ ਹੋਣੀ ਤੁਹਾਡੀ फाइल 2 MB 4 MB 6 MB 1 MB ਕਿਸੇ ਵੀ ਸਾਈਜ਼ ਦੀ ਹੋ ਸਕਦੀ। दैट मीन्स उस फाइल ਨੂੰ स्टोर ਕਰਨ ਲਈ ਮਲਟੀਪਲ ਸੈਕਟਰਸ ਚਾਹੀਦੇ, clusters, that means we require clusters. Cluster is a group of multiple sectors. The file system, ਜਿਹੜਾ ਤੁਹਾਡਾ operating system ਦਾ file system ਹੈ, ਉਹ allot ਕਰੇਗਾ the number of clusters to store the file data. ਤੁਹਾਡੀ file ਨੂੰ store ਕਰਨ ਲਈ operating system hard disk ਦੇ ਵਿੱਚ cluster allocate ਕਰੇ। files ਜਿਹੜੇ ਤੁਸੀਂ create ਕਰਦੇ, last point ਕੀ ਹੈ, files, these are written to clusters. If the file is bigger than a single cluster, ਤਾਂ ਤੁਹਾਨੂੰ ਨਾਲ ਦੇ ਕਲਸਟਰ ਚ ਨਾਲ ਦੇ ਕਲਸਟਰਸ ਨੂੰ यूज ਕੀਤਾ ਜਾਂਦਾ ਹੈ। then file is written in multiple continuous clusters. मान लो एक क्लस्टर ਦਾ ਸਾਈਜ਼ 4 MB ਹੈ, ਤੁਹਾਡੀ ਫਾਈਲ 6 MB ਦੀ ਹੈ, ਫਿਰ ਨਾਲ ਦਾ ਕਲਸਟਰ ਵੀ ਯੂਜ਼ ਹੋਏਗਾ। this is the way how files are stored on a hard disk drive. अगेन ਤੁਹਾਡੀ ਹਾਰਡ ਡਿਸਕ ਅਸੈਂਬਲੀ ਨੂੰ ਥੋੜੇ ਹੋਰ ਬੈਟਰ ਵੇ ਨਾਲ ਐਕਸਪਲੇਨ ਕੀਤਾ ਹੈ। ट्रैक्स है, स्पिंडल है, सैक्टर, आ देखो सैक्टर भी स्पेसिफाई किए हैं, एच सिलेंडर भी स्पेसिफाई किए हैं, और रोटेशन भी स्पेसिफाई की हुई है। रोटेशन किस वे में हो रही है, क्लॉकवाइज हो रही है कि एंटी क्लॉकवाइज हो रही है, जस्ट चेक करो जरा। इट इज ए क्लॉकवाइज रोटेशन। और आम असेंबली भी है, रीड राइट हेड भी है, रीड राइट हेड टॉप ते भी है, रीड राइट हेड बॉटम ते। अगर इस डायग्राम ਨੂੰ ਤੁਸੀਂ ਧਿਆਨ ਨਾਲ ਦੇਖੋ, ਸੈਂਟਰ ਚ ਕੀ ਹੈ, ਸਪਿੰਡਲ। मैं ਹੁਣ थोड़ा ਜਿਹਾ एक चीज एक्सप्लेन ਕਰਨ ਲੱਗਾ ਇਹਦੇ ਚ। ਸੈਂਟਰ ਸਾਡੇ ਕੋਲ ਅਵੇਲੇਬਲ ਹੈ ਸਪਿੰਡਲ, ਦਿਸ ਇਜ਼ ਦਾ ਸਪਿੰਡਲ। ਇਹ ਤੁਹਾਡੇ प्लेटर्स है। हर आमतौर से हर डायग्राम 3 प्लेटर्स बनाए होते हैं, जरूरी नहीं है 3 प्लेटर्स हो गए, प्लेटर्स 10 15 20 25 जितने मर्जी हो सकते हैं। डायग्राम ਤੁਹਾਨੂੰ ਈਜ਼ਲੀ ਤੁਹਾਨੂੰ ਐਕਸਪਲੇਨ ਕਰਨ ਲਈ ਸਿਰਫ 3 प्लेटर्स ਦਿਖਾਏ ਗਏ, और हर प्लेटर ਦੇ टॉप ਤੇ ਵੀ बॉटम ਤੇ ਵੀ रीड राइट हेड है। और ए प्लेटर दे आर फर्दर डिवाइडेड इनटू ट्रैक्स, ट्रैक्स आर फर्दर डिवाइडेड इनटू सेक्टर्स, एंड सेक्टर्स बना के दोनों दिखाए। ਹੁਣ ਤੇ ਸਿਲੰਡਰ ਦੇਖੋ, ਸਿਲੰਡਰ ਨੂੰ ਧਿਆਨ ਨਾਲ ਦੇਖਿਓ। ਇਹ ਪਾਰਟਿਕੂਲਰ ਸੈਕਟਰ, ਦਿਸ ਸੈਕਟਰ, ਇਹਦਾ ਟੌਪ, ਇਹਦਾ ਬॉटम, ਇਹਦਾ ਟੌਪ, ਇਹਦਾ इस प्लेटर ਦਾ टॉप, ਇਹਦਾ बॉटम, इस प्लेटर ਦਾ टॉप, इस प्लेटर ਦਾ बॉटम। मतलब अगर मेरे को 3 प्लेटर्स है, इफ आई गॉट 3 प्लेटर्स विद मी, जिदा जो ਤੁਹਾਡੇ डायग्राम ਚ शो ਕੀਤਾ ਗਿਆ। पहले प्लेटर ਦਾ टॉप बॉटम, मान लो कोई पर्टिकुलर सेक्टर है, वो टॉप ਤੇ सेम सेक्टर बॉटम ਤੇ, अगले प्लेटर ਦਾ सेम सेक्टर टॉप ਤੇ सेम सेक्टर बॉटम ਤੇ, नीचे वाले प्लेटर ਦਾ सेम सेक्टर टॉप ਤੇ सेम सेक्टर बॉटम ਤੇ। this formulates to be a cylinder. This is what a cylinder is. टॉप बॉटम, टॉप बॉटम, लेकिन ट्रैक और सैक्टर ਤੁਹਾਡਾ सेम होना चाहिए। ਜਿਹੜੀ मैं ਤੁਹਾਨੂੰ ਗੱਲ ਕਹਿ ਰਿਹਾ, ਤੁਹਾਡਾ ट्रैक और सैक्टर सेम होना चाहिए, that is being called as a cylinder। मतलब सिलेंडर की है ਤੁਹਾਡੇ डिफरेंट प्लेटर्स ਦੇ टॉप बॉटम है, बार-बार वर्ड यूज करदा टॉप बॉटम दोनों ਨੂੰ ਮਿਲਾ ਕੇ, टॉप और बॉटम ਦੇ सेम सेक्टर्स ਦਾ कॉम्बिनेशन, that is being called as a cylinder। और ਇਹ ਦੇਖੋ, अगर हार्ड डिस्क ਦੇ ਵਿੱਚ सिलेंडर्स ਕਿੱਦਾਂ ਬਣੇ ਹੋਏ ਹੈ, ट्रैक्स ਕਿੱਦਾਂ ਬਣੇ ਹੋਏ ਹੈ। ਇਸ ਕੇਸ ਦੇ ਵਿੱਚ 5 प्लेटर्स बनाए हुए हैं। इफ यू लुक एट दिस डायग्राम, ट्रैक्स ही ट्रैक्स है, ट्रैक्स तो बाद ਵਿੱਚ सिलेंडर बने हुए हैं, और सिलेंडर किस वे ਨਾਲ बने हुए हैं, सेम सेक्टर इकट्ठे होके
सिलेंडर फॉर्मुलेट कर। नाउ फॉर्मेटिंग टाइप, फॉर्मेटिंग की होंगी है? ਤੁਸੀਂ ਜਦੋਂ ਵੀ ਪੈਨ ਡਰਾਈਵ ਖਰੀਦਦੇ ਹੋ ਤੁਹਾਨੂੰ ਪੈਨ ਡਰਾਈਵ ਦਾ ਥੋੜਾ ਆਈਡੀਆ ਹੋਣਾ। ਅਗਰ ਤੁਸੀਂ ਕਿਤੇ ਨਾ ਫਲੋਪੀ ਡਰਾਈਵ ਯੂਜ਼ ਕਰਦੇ ਹੁੰਦੇ ਨਾ ਤਾਂ ਤੁਹਾਨੂੰ ਫਾਰਮੈਟਿੰਗ ਦਾ 100% ਪਤਾ ਹੋਣਾ ਸੀ। ਬਟ ਤੁਸੀਂ ਜਿਸ ਜਨਰੇਸ਼ਨ 'ਚ ਪੈਦਾ ਹੋਏ ਹੋ ਫਲੋਪੀ ਡਰਾਈਵਸ ਖਤਮ ਹੋ ਚੁੱਕੀਆਂ, ਤੁਸੀਂ ਫਲੋਪੀ ਡਰਾਈਵ ਅੱਜ ਤੱਕ ਯੂਜ਼ ਨਹੀਂ ਕੀਤੀਆਂ। ਕਿਉਂਕਿ ਜਦੋਂ ਫਲੋਪੀ ਡਰਾਈਵ ਨਵੀਂ ਖਰੀਦੀ ਜਾਂਦੀ ਨਾ ਮਾਰਕੀਟ 'ਚ, ਸਭ ਤੋਂ ਪਹਿਲਾਂ ਉਹਨੂੰ ਫਾਰਮੈਟ ਕਰਨਾ ਹੁੰਦਾ, ਉਸ ਤੋਂ ਬਾਅਦ ਹੀ ਫਲੋਪੀ ਡਰਾਈਵ ਯੂਜ਼ ਕਰ ਸਕਦੇ ਸੀਗੇ, ਅਦਰਵਾਈਜ਼ ਯੂਜ਼ ਨਹੀਂ ਕਰਦੇ। ਲੇਕਿਨ ਤੁਸੀਂ ਪੈਨ ਡਰਾਈਵ ਯੂਜ਼ ਕਰਦੇ ਹੋ, ਪੈਨ ਡਰਾਈਵ ਦੇ ਵਿੱਚ ਕਈ ਵਾਰੀ ਹੁੰਦਾ ਹੈ ਤੁਸੀਂ ਪੈਨ ਡਰਾਈਵ 'ਚ ਵਾਇਰਸ ਆ ਜਾਂਦਾ ਹੈ, ਤੁਹਾਡੇ ਕੋਲ ਬਹੁਤ ਇੰਪੋਰਟੈਂਟ ਫਾਈਲਾਂ ਨਹੀਂ ਹੁੰਦੀਆਂ, ਤੁਸੀਂ ਪੈਨ ਡਰਾਈਵ ਦੀ ਡਰਾਈਵ ਨੂੰ ਰਾਈਟ ਕਲਿੱਕ ਕਰਕੇ ਉਸ ਨੂੰ ਫਾਰਮੈਟ ਕਰ ਦਿਓ। ਫਾਰਮੈਟ ਦਾ ਮਤਲਬ ਹੁੰਦਾ ਪੂਰਾ ਡਰਾਈਵ ਨੂੰ ਕਲੀਨ ਕਰਨਾ। ਤੁਸੀਂ ਜਿਹੜੀ ਫਾਰਮੈਟਿੰਗ ਕਰਦੇ ਹੋ ਨਾ, that is being called as high level formatting. Formatting ਦੋ ਟਾਈਪ ਦੀ ਹੈ, one is high level, another is low level. ਤੁਸੀਂ low level formatting ਨਹੀਂ ਕਰਦੇ, ਤੁਸੀਂ high level formatting ਕਰਦੇ ਹੋ, whether you are formatting a pen drive ਜਾਂ ਕਿਸੇ ਵੀ ਡਿਵਾਈਸ ਨੂੰ ਫਾਰਮੈਟ। ਪਹਿਲਾਂ ਹਮ ਬਿਫੋਰ ਦੈਟ ਮੈਂ ਦੱਸਣਾ ਚਾਹੂੰਗਾ ਫਾਰਮੈਟਿੰਗ ਹੁੰਦੀ ਕੀ ਹੈ। ਫਾਰਮੈਟਿੰਗ ਦਾ ਮਤਲਬ ਹੁੰਦਾ ਹੈ ਤੁਹਾਡੀ ਕੋਈ ਵੀ ਫਲੋਪੀ ਡਰਾਈਵ ਹੈ, ਹਾਰਡ ਡਿਸਕ ਹੈ ਜਾਂ ਤੁਹਾਡੀ ਪੈਨ ਡਰਾਈਵ ਹੈ, ਉਸਨੂੰ ਕਲੀਨ ਅਪ ਕਰਨਾ ਟੋਟਲੀ। ਕੋਈ ਵੀ ਡਾਟਾ ਉਹਦੇ ਵਿੱਚ ਅਵੇਲੇਬਲ ਹੈ ਉਹ ਸਾਰਾ ਦਾ ਸਾਰਾ ਡਾਟਾ ਕਲੀਅਰ ਕਰਨਾ, that is being called as formatting. ਜਦੋਂ ਇੱਕ ਵਾਰੀ ਫਾਰਮੈਟ ਹੋ ਜਾਂਦਾ ਹੈ ਉਸ ਪਰ ਡਾਟਾ ਈਜ਼ੀਲੀ ਰਿਕਵਰ ਨਹੀਂ ਹੁੰਦਾ, ਡਾਟਾ ਉੜ ਜਾਂਦਾ, ਖਤਮ ਹੋ ਜਾਂਦਾ। ਔਰ ਅਸੀਂ ਆਮ ਤੌਰ ਤੇ ਜਿਹੜੀ ਵੀ ਫਾਰਮੈਟਿੰਗ ਕਰਦੇ ਹਾਂ ਉਹ ਅਸੀਂ ਕਰਦੇ ਹਾਂ ਹਾਈ ਲੈਵਲ ਫਾਰਮੈਟਿੰਗ, ਵੀ ਨੋਟ ਅਸੀਂ ਲੋ ਲੈਵਲ ਫਾਰਮੈਟਿੰਗ ਨਹੀਂ ਕਰਦੇ। ਤੁਸੀਂ ਅਗਰ ਪੈਨ ਡਰਾਈਵ ਨੂੰ ਫਾਰਮੈਟ ਕਰੋਗੇ, ਕੁਇਕ ਫਾਰਮੈਟ ਹੋਏਗਾ, ਹਾਈ ਲੈਵਲ ਫਾਰਮੈਟਿੰਗ। ਸੋ ਫਾਰਮੈਟਿੰਗ ਦੀਆਂ ਵੀ ਦੋ ਟਾਈਪਸ ਹੁੰਦੀਆਂ, one is your high level, another is your low level. High level formatting की है, high level formatting writes the file storage structures like the FAT, like the file allocation table, into sectors. This prepares the drive to hold files. ਇਹ ਕੀ ਕਹਿਣਾ ਚਾਹੁੰਦਾ ਹੈ? ਹਾਈ ਲੈਵਲ, ਅੱਛਾ ਮੈਂ ਤੁਹਾਨੂੰ ਸ਼ਾਇਦ ਫੈਟ ਬਾਰੇ ਤੁਹਾਨੂੰ ਹਜੇ ਤੱਕ ਆਈਡੀਆ ਨਹੀਂ ਦਿੱਤਾ, ਫਾਈਲ ਐਲੋਕੇਸ਼ਨ ਟੇਬਲ ਉਸ ਦੀ ਵੀ ਅਸੀਂ ਗੱਲ ਕਰਾਂਗੇ। ਮੈਂ ਥੋੜਾ ਜਿਹਾ ਤੁਹਾਨੂੰ ਆਈਡੀਆ ਦਿੰਦਾ ਫੈਟ ਕੀ ਹੁੰਦਾ ਹੈ। ਜਦੋਂ ਵੀ ਤੁਸੀਂ ਆਪਣੀ ਹਾਰਡ ਡਿਸਕ ਨੂੰ ਫਾਰਮੈਟ ਕਰਦੇ ਹੋ ਜਾਂ ਫਲੋਪੀ ਡਰਾਈਵ ਨੂੰ ਫਾਰਮੈਟ ਕਰਦੇ ਹੋ, ਤੁਹਾਡੇ ਸ਼ੁਰੂ ਦੇ ਕੁਝ ਟਰੈਕਸ ਐਂਡ ਸੈਕਟਰਸ, ਸ਼ੁਰੂ ਦੇ ਕੁਝ ਟਰੈਕਸ ਐਂਡ ਸੈਕਟਰਸ they are being reserved for boot record, BOOT, boot record. ਸ਼ੁਰੂ ਦੇ ਟਰੈਕਸ ਐਂਡ ਸੈਕਟਰਸ ਕੁਝ ਸਪੈਸੀਫਾਈਡ ਨੰਬਰ ਹੁੰਦਾ ਹੈ, ਬੂਟ ਰਿਕਾਰਡ ਦੇ ਲਈ ਸਟੋਰ ਲਈ ਰਿਜ਼ਰਵ ਹੁੰਦੇ ਆ। ਬੂਟ ਰਿਕਾਰਡ ਕੀ ਹੁੰਦਾ ਹੈ? ਬੂਟ ਰਿਕਾਰਡ ਇਹ ਹੁੰਦਾ ਹੈ ਤੁਹਾਡੇ ਕੰਪਿਊਟਰ ਦੇ ਬੂਟਿੰਗ ਇਨਫੋਰਮੇਸ਼ਨ, ਆਪਰੇਟਿੰਗ ਸਿਸਟਮ, ਤੁਹਾਡੇ ਕੰਪਿਊਟਰ ਦਾ ਆਪਰੇਟਿੰਗ ਸਿਸਟਮ। ਹਾਰਡ ਡਿਸਕ ਦੇ ਵਿੱਚ ਹਰ ਟਰੈਕ ਜਾਂ ਸੈਕਟਰ 'ਚ ਕਿਤੇ ਵੀ ਤੁਹਾਡਾ ਆਪਰੇਟਿੰਗ ਸਿਸਟਮ ਸਟੋਰ ਨਹੀਂ ਹੁੰਦਾ। ਹਰ ਹਾਰਡ ਡਿਸਕ ਦੇ ਵਿੱਚ ਸਟਾਰਟਿੰਗ ਦੇ ਕੁਝ ਟਰੈਕਸ ਐਂਡ ਸੈਕਟਰਸ ਦੇ ਵਿੱਚ ਉਹ ਸਪੈਸੀਫਾਈ ਕੀਤੇ ਜਾਂਦੇ ਆ, ਉਸ ਦੇ ਵਿੱਚ ਤੁਹਾਡੇ ਕੰਪਿਊਟਰ ਦੀ ਬੂਟਿੰਗ ਇਨਫੋਰਮੇਸ਼ਨ ਸਟੋਰ ਹੁੰਦੀ ਹੈ ਔਰ ਉਸ ਏਰੀਆ ਨੂੰ ਕਿਹਾ ਜਾਂਦਾ ਹੈ ਬੂਟ ਰਿਕਾਰਡ। ਔਰ ਉਸ ਬੂਟ ਰਿਕਾਰਡ ਤੇ ਤੁਸੀਂ ਆਪਣੀਆਂ ਫਾਈਲ ਸਟੋਰ ਨਹੀਂ ਕਰ ਸਕਦੇ, that's a prohibited area. ਉਸ ਤੋਂ ਬਾਅਦ ਬੂਟ ਰਿਕਾਰਡ ਤੋਂ ਬਾਅਦ ਤੁਹਾਡੇ ਵਿੱਚ ਕੀ ਹੁੰਦਾ ਹੈ? ਇੱਕ ਬੁੱਕ ਹੈ, ਮੈਂ ਹੁਣ ਇਸ ਬੁੱਕ ਦੀ ਗੱਲ ਕਰ ਰਿਹਾ। ਲੁੱਕ ਐਟ, ਮੇਰੇ ਸਾਹਮਣੇ ਇੱਕ ਬੁੱਕ ਪਈ ਹੈ, ਅਗਰ ਤੁਸੀਂ ਮੇਰੇ ਦੇਖ ਰਹੇ ਹੋ, ਇਸ ਬੁੱਕ ਦੇ ਸਟਾਰਟ ਤੇ ਕੀ ਚੀਜ਼ ਹੈ? ਦਿਸ ਇਜ਼ ਦਾ ਇੰਡੈਕਸ। ਬੁੱਕ ਦੇ ਸਟਾਰਟ ਤੇ ਇੰਡੈਕਸ ਪੇਜ ਹੈ, ਅਗਰ ਤੁਹਾਨੂੰ ਵਿਜ਼ੀਬਲ ਹੋ ਰਿਹਾ ਹੈ। ਇੰਡੈਕਸ ਪੇਜ ਤੇ ਦੇਖੋ ਚੈਪਟਰ ਨੰਬਰ 1, ਚੈਪਟਰ ਨੰਬਰ 2, ਚੈਪਟਰ ਨੰਬਰ 3। ਅਗਰ ਮੈਂ
मूव और कॉपी ए फाइल और फोल्डर ऑप्शन देखना चाहना है डायरेक्टली, मैनू 40 नंबर पेज से जाना है। मान लो एक ऐसे चैप्टर है, चैप्टर नंबर 4 है, दैट इज माइक्रोसॉफ्ट वर्ड है। स्टार्टिंग माइक्रोसॉफ्ट वर्ड, पेज नंबर 56, पेज नंबर 56 ਤੇ ਕੀ ਕੰਟੈਂਟ ਅਵੇਲੇਬਲ ਹੈ ਵੀ ਮਾਈਕਰੋਸਾਫਟ ਵਰਡ ਕਿੱਦਾਂ ਸਟਾਰਟ ਕਰਨਾ ਹੈ। मैं डायरेक्टली पेज नंबर 56 से जा सकता है। दिस इज पेज नंबर 56, हाउ टू स्टार्ट माइक्रोसॉफ्ट वर्ड। इंडेक्स है, इंडेक्स इंडेक्स की स्पेसिफाई करता है दैट पर्टिकुलर टॉपिक बुक दे विच किस पेज ते अवेलेबल है। सेम इज विद फैट, फाइल एलोकेशन टेबल। हर हार्ड डिस्क दे विच, हर फ्लॉपी च भी, हर हार्ड डिस्क दे विच एक फैट ਹੁੰਦਾ है। फैट ਲਈ ਵੀ ਕੁਝ ਟਰੈਕਸ ਐਂਡ ਸੈਕਟਰਸ ਸਪੈਸੀਫਾਈਡ ਰਿਜ਼ਰਵ ਹੁੰਦੇ हैं। और वो फैट की रिकॉर्ड रखता है, फैट रिकॉर्ड रखता है कि ਤੁਹਾਡੇ ਕੰਪਿਊਟਰ ਦੇ ਵਿੱਚ ਕਿਹੜੀ ਫਾਈਲ, ਕਿਹੜੇ ਟਰੈਕ, ਕਿਹੜੇ ਸੈਕਟਰ, ਕਿਹੜੇ ਸਿਲੰਡਰ ਦੇ ਵਿੱਚ ਸਟੋਰ ਕੀਤੀ ਗਈ। ਮੈਂ ਇਸ ਗੱਲ ਨੂੰ ਫੇਰ ਤੁਹਾਨੂੰ ਐਕਸਪਲੇਨ ਕਰਦਾ। फैट, फैट इज फाइल एलोकेशन टेबल। फैट मोटापा नहीं है। इन टर्म्स ऑफ कंप्यूटर फैट इज फाइल एलोकेशन टेबल। ਤੁਹਾਡੇ ਹਰ ਹਾਰਡ ਡਿਸਕ ਦੇ ਵਿੱਚ, ਹਰ ਫਲੋਪੀ ਡਰਾਈਵ ਦੇ ਵਿੱਚ ਇੱਕ ਫੈਟ ਹੁੰਦਾ ਹੈ। ਉਸ ਫੈਟ ਲਈ, ਉਸ ਫੈਟ ਨੂੰ ਸਟੋਰ ਕਰਨ ਲਈ, ਉਸ ਇੰਡੈਕਸ ਨੂੰ ਸਟੋਰ ਕਰਨ ਲਈ ਕੁਝ ਪਾਰਟਿਕੂਲਰ ਟਰੈਕਸ ਐਂਡ ਸੈਕਟਰ ਸਪੈਸੀਫਾਈ ਕੀਤੇ ਜਾਂਦੇ। ਔਰ ਉਹਨਾਂ ਟਰੈਕਸ ਐਂਡ ਸੈਕਟਰ ਦੇ ਵਿੱਚ ਹੀ ਫੈਟ ਇਨਫੋਰਮੇਸ਼ਨ ਸਟੋਰ ਹੁੰਦੀ ਹੈ। ਔਰ ਫੈਟ ਦੇ ਵਿੱਚ ਕੀ ਹੁੰਦਾ ਹੈ, ਇਹ ਲਿੰਕ ਸਟੋਰ ਹੁੰਦਾ ਹੈ दैट कोई पर्टिकुलर फाइल, माड़ी ਤੁਹਾਡੀ कोई फाइल है aradhana.doc, aradhana.doc ਦੇ ਅੱਗੇ ਲਿਖਿਆ ਹੋਊਗਾ दैट ਇਹ ਟਰੈਕ, ਇਹ ਸੈਕਟਰ, ਇਹ ਸਿਲੰਡਰ, ਇਹ ਕਲਸਟਰ, ਇਹਦੇ ਵਿੱਚ ਇਹ ਫਾਈਲ ਸਟੋਰ ਹੈ। ਸੋ दैट ਜਦੋਂ ਤੁਸੀਂ ਦੁਬਾਰਾ ਉਹ ਫਾਈਲ ਖੋਲਣੀ, aradhana ਨਾਮ ਦੀ ਫਾਈਲ ਖੋਲੋਗੇ, डायरेक्टली ਤੁਸੀਂ ਉਸ ਟਰੈਕ, ਉਸ ਸੈਕਟਰ, ਉਸ ਸਿਲੰਡਰ 'ਚ ਚੱਲ ਜਾਓਗੇ ਔਰ ਉਹ ਫਾਈਲ ਤੁਸੀਂ ਉੱਥੇ ਪਹੁੰਚੇ, ਉਸ ਤੋਂ ਬਾਅਦ ਫਾਈਲ ਰਿਟਰੀਵ ਹੋ ਕੇ ਰੀਡ ਐਟ ਹੈਡ ਨੇ ਵਾਪਸ ਤੁਹਾਨੂੰ ਪ੍ਰੋਸੈਸਰ ਨੂੰ ਦੇ ਦੇ। So this is what a fat is. फैट एक इंडेक्स होता है और अगर कंप्यूटर दे विच फैट ही उड़ गया, मैं एक चीज दसा, अगर कंप्यूटर फैट ही उड़ गया, इंडेक्स ही उड़ गया, तो ना भावें डाटा स्टोर रहे, वो डाटा रिट्रीव नहीं होता, वो रिकॉर्ड नहीं पता लगता। सो हाई लेवल फॉर्मेटिंग की करती है, हाई लेवल फॉर्मेटिंग फाइल स्टोरेज स्ट्रक्चर ਨੂੰ ਬਣਾਉਂਦੀ ਹੈ। फैट ਨੂੰ ਬਣਾਉਣ ਲਈ ਅਸੀਂ हाई लेवल फॉर्मेटिंग करते। लो लेवल फॉर्मेटिंग ਜਿਹੜੀ ਜਦੋਂ ਇੱਕ ਬ੍ਰਾਂਡ ਨਿਊ ਹਾਰਡ ਡਿਸਕ ਮਾਰਕੀਟ ਨਹੀਂ ਆਉਂਦੀ, ਕੰਪਨੀ ਦੇ ਵਿੱਚ ਜਦੋਂ ਇੱਕ ਨਵੀਂ ਹਾਰਡ ਡਿਸਕ ਤਿਆਰ ਹੋ ਕੇ ਆਉਂਦੀ ਹੈ ਨਾ, ਸਭ ਤੋਂ ਪਹਿਲਾਂ ਫਸਟ ਟਾਈਮ ਉਹਦੀ ਲੋ ਲੈਵਲ ਫਾਰਮੈਟਿੰਗ ਕੀਤੀ ਜਾਂਦੀ ਐਟ ਦਾ ਵੈਂਡਰਸ ਐਂਡ। ਜਿਹੜਾ ਤੁਹਾਨੂੰ ਸਪਲਾਇਰ ਹੈ ਉਹਨੇ ਕਰਨੀ, ਤੁਸੀਂ ਨਹੀਂ ਕਰਨੀ। ਕਿਉਂ ਨਹੀਂ ਕਰਨੀ? The process or low level formatting establishes the tracks and sectors on a platter. लो लेवल फॉर्मेटिंग ट्रैक्स और सेक्टर्स ਨੂੰ डिफाइन करती है। दैट ए ट्रैक है, ए सेक्टर है, ठीक है। The starting and ending point of each sectors are written onto the platter. This process prepares the drive to hold the block of bytes. ਹੁਣ ਮੈਂ ਤੁਹਾਨੂੰ लो level formatting और high level formatting, लो level formatting ਜਦੋਂ ਹਾਰਡ ਡਿਸਕ ਨਵੀਂ ਬਣ ਕੇ ਆਂਦੀ ਹੈ, ਸਭ ਤੋਂ ਪਹਿਲਾਂ ਵਨ ਟਾਈਮ ਤੇ ਉਹਦੀ लो level formatting ਕੀਤੀ ਜਾਂਦੀ। उस फॉर्मेटिंग स्पेसिफाई किया जाता, ਤੁਸੀਂ नहीं करना। जो फॉर्मेटिंग का प्रोसेस ਹੁੰਦਾ है, उस प्रोसेस ਦੇ ਵਿੱਚ ट्रैक्स एंड सैक्टर डिफाइन ਹੁੰਦੇ हैं, ठीक है। और एक बार ट्रैक्स एंड सैक्टर वन डिफाइन हो गए, उस तो बाद हाई लेवल फॉर्मेटिंग की जाती है। ਉਹਦੇ ਵਿੱਚ फैट बनता है और फ्लैट ट्रैक एंड सैक्टर्स पहले डिफाइन होए है, और वो फैट किस लिए यूज होता है? टू होल्ड द डाटा। अगर ਤੁਸੀਂ ਕਿਸੇ ਵੀ डिवाइस ਦੀ, चाहे हार्ड डिस्क है, चाहे ਤੁਹਾਡੀ पेन ड्राइव है, या किसी दी भी पेन ड्राइव दी नहीं मैं कहूँगा लो लेवल फॉर्मेटिंग, हार्ड डिस्क दी या फ्लॉपी डिस्क दी या किसी दी भी, अगर तुसी हाई लेवल फॉर्मेटिंग करती तो उस तो बाद डाटा रिकवर किया जा सकता, उस तो बाद डाटा रिकवर किया जा सकता, टूल्स अवेलेबल होंगे।
बट अगर उस डिवाइस ਦੇ ट्रैक्स एंड सेक्टर ही डिफाइन हो गए, रीडिफाइन हो गए या चेंज हो गए, तो लो लेवल फॉर्मेटिंग होगी, तो ਉਹਦਾ डाटा रिकवर नहीं किया जा सकता। सो हाई लेवल फॉर्मेटिंग इज ए प्रेफर्ड मेथड। लो लेवल फॉर्मेटिंग वंस होती है, बार बार नहीं होती। ठीक है जी। सो विद दिस I complete this particular topic because only 1 minute of time is left.